Hello and welcome to this episode of your favorite show, Home Abroad. We welcome viewers of Day and Night News and also the viewers of Global Punjab in North America. California, America ਦੇ ਸ਼ਹਿਰ ਫ੍ਰੈਸਨੋ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਬਜ਼ੁਰਗ ਸਿੱਖ ਪਿਆਰਾ ਸਿੰਘ ਉਤੇ ਇੱਕ ਅਮਰੀਕਨ ਵੱਲੋਂ ਲੋਹੇ ਦੀ ਰੋਡ ਨਾਲ ਹਮਲਾ ਕਰ ਦਿੱਤਾ ਗਿਆ। ਗੁਰਦੁਆਰੇ ਦੇ ਬਾਹਰ ਹੋਈ ਇਸ ਘਟਨਾ ਨੂੰ ਨਸਲੀ ਹਮਲੇ ਨਾਲ ਜੁੜੀ ਘਟਨਾ ਸਮਝਿਆ ਜਾ ਰਿਹਾ ਹੈ। इस हफ्ते फ्रेसनो कैलिफोर्निया स्थित गुरुद्वारा नानकसर के बाहर एक बजुर्ग सिख प्यारा सिंह उत्ते एक गोरे वालों लोहे की रॉड नाल जानलेवा हमला किया गया, जिस विच 82 साला बजुर्ग प्यारा सिंह बुरी तरह जख्मी हो गए ते उन्हां नूं गंभीर हालत विच हस्पताल विच भर्ती करवाया गया। ਜਿਹੜਾ ਇਹ ਹੋਇਆ ਹੈਗਾ ਜੀ ਇਹ ਸਾਹਿਬ ਪਿਆਰਾ ਸਿੰਘ ਜੀ, ਉਹ ਸਵੇਰੇ 7:30 ਵਜੇ ਦੀ ਟਾਈਮ ਸੀਗਾ ਤੇ ਇੱਥੇ ਵਾਕ ਕਰ ਰਹੇ ਸੀਗੇ ਤੇ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਕਾਲ ਕੀਤੀ ਹੋਈ ਸੀਗੀ ਤੇ ਉਹਨੂੰ ਪਿਕ ਕਰਨ ਵਾਸਤੇ ਆ ਰਿਹਾ ਸੀਗਾ। ਸੋ ਇਨ ਦ ਮੀਨ ਟਾਈਮ ਇੱਕ ਹਿਸਪੈਨਿਕ ਪਰਸਨ ਉਹ ਸਾਈਕਲ ਤੇ ਆਇਆ ਤੇ ਉਹਨੇ ਆ ਕੇ ਉਹਨਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ। ਉਹਦੇ ਕੋਲ ਰੋਡ ਸੀ ਜਾਂ ਰੋਡ ਵਿਦ ਹਿਮ ਐਂਡ ਉਹਨੂੰ ਕਾਫੀ ਕੁੱਟਮਾਰ ਕੀਤੀ ਤੇ ਉਹਨਾਂ ਦੇ ਕਾਫੀ ਰੇਪਸ ਵੀ ਪਾਉਂਦੇ ਆ, ਹੋਰ ਵੀ ਕਾਫੀ ਜਵਾੜੇ ਤੇ ਵੀ ਉਹਨੇ ਮੁੱਕਾ ਮਾਰਿਆ ਹੋਣਾ, ਕਾਫੀ ਸੀਰੀਅਸ ਕੰਡੀਸ਼ਨ ਵਿੱਚ ਹੈਗੇ। ਗੁਰਦੁਆਰੇ ਦੇ ਬਾਹਰ ਹੋਈ ਇਸ ਘਟਨਾ ਨੂੰ ਨਸਲੀ ਹਮਲੇ ਨਾਲ ਜੁੜੀ ਘਟਨਾ ਸਮਝਿਆ ਜਾ ਰਿਹਾ ਹੈ ਅਤੇ ਫ੍ਰੈਸਨੋ ਵਿੱਚ ਅਟਾਰਨੀ ਮਾਰਕ ਕਿਊਲਰਸ ਨੇ ਵੀ ਇਸ ਘਟਨਾ ਨੂੰ ਨਸਲੀ ਨਫ਼ਰਤ ਦੇ ਪ੍ਰਭਾਵ ਅਧੀਨ ਕੀਤਾ ਗਿਆ ਕਾਰਾ ਕਰਾਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ 29 ਸਾਲਾ ਅਮਰੀਕਨ ਗਿਲਬਰਟ ਗਾਰਸੀਆ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵੇਲੇ ਦੋਸ਼ੀ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਹ ਸਿੱਖਾਂ ਨਾਲ ਨਫ਼ਰਤ ਕਰਦਾ ਹੈ। First of all, on behalf of the U.S. Attorney's Office for the Eastern District of California, we want to express our sympathy to the victims, his family, his friends, his loved ones, and to you, the entire community. Our office, along with the FBI, is in the process of aggressively investigating this incident to determine whether or not, indeed, a federal hate crime has been committed. ਹਮਲੇ ਤੋਂ ਬਾਅਦ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਨਾਨਕਸਰ ਵਿੱਚ ਇੱਕ ਮੀਟਿੰਗ ਵੀ ਸੱਦੀ ਗਈ, ਜਿਸ ਵਿੱਚ ਫ੍ਰੈਸਨੋ ਦੇ ਪੁਲਿਸ ਮੁਖੀ ਜੈਰੀ ਡਾਇਰ ਨੇ ਵੀ ਹਿੱਸਾ ਲਿਆ। ਜੈਰੀ ਡਾਇਰ ਨੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਵਿਚਾਰ ਜਾਣੇ ਅਤੇ ਉਹਨਾਂ ਨੂੰ ਪੂਰਨ ਸੁਰੱਖਿਆ ਦਾ ਭਰੋਸਾ ਦਿਵਾਇਆ। To tell you that we stand shoulder to shoulder with members of the Sikh community. And we stand shoulder to shoulder with members of the Muslim community. And we will continue to stand shoulder to shoulder with you because we know that all of you folks are hardworking, you are peace-loving people, and you are people that contribute to the well-being of our communities. And we love you folks, and we welcome you with open arms, and we will stand side by side with you as we fight hate crimes within our community because they are not tolerated. ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਭਰਤੀ ਬਜ਼ੁਰਗ ਸਿੱਖ ਪਿਆਰਾ ਸਿੰਘ ਦੀ ਹਾਲਤ ਵਿੱਚ ਹੁਣ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। ਲੁਧਿਆਣਾ ਵਿੱਚ ਇੱਕ ਬਜ਼ੁਰਗ NRI ਜੋੜੇ ਸਣੇ 3 ਜਣਿਆਂ ਦਾ ਕੁਝ ਅਣਪਛਾਤੇ ਲੋਕਾਂ ਵੱਲੋਂ ਕੀਤਾ ਗਿਆ ਕਤਲ। ਦੋਸ਼ੀ ਹਾਲੇ ਵੀ ਫਰਾਰ ਦੱਸੇ ਜਾ ਰਹੇ ਨੇ। ਲੁਧਿਆਣਾ ਦੇ ਪਿੰਡ ਅਬਲੂਵਾਲ ਵਿੱਚ ਕੁਝ ਦਿਨ ਪਹਿਲਾਂ ਹੋਏ ਇੱਕ ਪ੍ਰਵਾਸੀ ਜੋੜੇ ਸਮੇਤ 3 ਜਣਿਆਂ ਦੇ ਕਤਲ ਦੀ ਗੁੱਥੀ ਪੁਲਿਸ ਲਈ ਬੁਝਾਰਤ ਬਣ ਗਈ ਹੈ। ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਨੂੰ ਕੋਈ ਵੀ ਐਸਾ ਸੁਰਾਗ ਨਹੀਂ ਮਿਲਿਆ ਜੋ ਉਸ ਨੂੰ ਦੋਸ਼ੀਆਂ ਤੱਕ ਪਹੁੰਚਾ ਸਕੇ, ਪਰ ਪੁਲਿਸ ਕਾਤਲਾਂ ਨੂੰ ਛੇਤੀ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਕੁਝ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਕਿ ਵੀ ਆਵਾਜ਼ ਇਹਨਾਂ ਦੀ ਨਹੀਂ ਆ ਰਹੀ ਹੈ, ਇਸ ਕਰਕੇ ਫਿਰ ਜਦੋਂ ਜਾ ਕੇ ਦੇਖਿਆ ਸਰਪੰਚ ਸਾਹਿਬ ਨੂੰ ਬੁਲਾ ਕੇ ਤਾਂ ਅੰਦਰ ਬੋਡੀਜ਼ ਲੱਭੀਆਂ। ਪੁਲਿਸ ਨੂੰ ਇਨਫੋਰਮ ਕੀਤਾ ਗਿਆ। ਇਹ ਸ਼ਿੰਗਾਰਾ ਸਿੰਘ ਕੈਨੇਡਾ ਦੇ ਰਹਿਣ ਵਾਲੇ ਸੀਗੇ ਤੇ ਆਪਣੀ ਵਾਈਫ ਦੇ ਨਾਲ ਇੱਥੇ ਆਏ ਹੋਏ ਸੀ ਤੇ ਨਾਲ ਹੀ ਇਹਨਾਂ ਦੀ ਸਾਲੀ, ਇਹਨਾਂ ਦੀ ਵਾਈਫ ਦੀ ਸਿਸਟਰ, ਉਹ ਵੀ ਇੱਥੇ ਆਈ ਹੋਈ ਸੀਗੀ ਤੇ ਇਹਨਾਂ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਇਹਨਾਂ ਨੂੰ ਮਾਰਿਆ ਗਿਆ ਅੰਦਰ ਹੀ। ਅਜੇ ਤੱਕ ਐਂਟਰੀ ਸਾਨੂੰ ਫਰੈਂਡਲੀ ਲੱਗ ਰਹੀ ਹੈ ਤੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਇਸ ਸਟੇਜ 'ਤੇ ਕੁਝ ਵੀ ਕਹਿਣਾ ਜੋ ਹੈ ਮੁਨਾਸਿਬ ਨਹੀਂ ਹੋਗਾ। ਪੁਲਿਸ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕੋਈ ਦੱਸ ਸਕੇਗੀ। ਦੱਸ ਦਈਏ ਕਿ ਬੁੱਧਵਾਰ ਨੂੰ ਪਿੰਡ ਅਬਲੂਵਾਲ ਦੇ ਇੱਕ ਘਰ ਵਿੱਚੋਂ ਖੂਨ ਨਾਲ ਲਥਪਥ 3 ਲਾਸ਼ਾਂ ਮਿਲੀਆਂ ਸਨ। ਇਹ ਲਾਸ਼ਾਂ ਪ੍ਰਵਾਸੀ ਪੰਜਾਬੀ ਸ਼ਿੰਗਾਰਾ ਸਿੰਘ, ਉਸ ਦੀ ਪਤਨੀ ਮਨਜੀਤ ਕੌਰ ਅਤੇ ਸਾਲੀ ਸੁਰਜੀਤ ਕੌਰ ਦੀਆਂ ਸਨ। ਲਾਸ਼ਾਂ ਦੀ ਸਥਿਤੀ ਦੱਸ ਰਹੀ ਸੀ ਕਿ ਇਹ ਕਤਲ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹੈ। ਪੁਲਿਸ ਨੂੰ ਕਤਲ ਲਈ ਵਰਤੇ ਗਏ ਹਥਿਆਰਾਂ ਬਾਰੇ ਵੀ ਅਜੇ ਤੱਕ ਕੁਝ ਜਾਣਕਾਰੀ ਨਹੀਂ ਮਿਲ ਪਾਈ ਹੈ। ਲੁਧਿਆਣਾ ਤੋਂ ਗੌਰਵ ਵਾਲੀਆ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ, ਡੇ ਐਂਡ ਨਾਈਟ ਨਿਊਜ਼। ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਦੇ ਪਿਤਾ ਅਤੇ ਸਾਬਕਾ ਵਿਧਾਇਕ ਨਛੱਤਰ ਸਿੰਘ ਗਿੱਲ ਦੇ ਕਤਲ ਕੇਸ ਵਿੱਚ ਫਸੇ ਇੱਕ NRI ਨੂੰ ਅਦਾਲਤ ਵੱਲੋਂ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ। ਇਸ ਹਫ਼ਤੇ ਪੰਜਾਬ ਦੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਦੇ ਪਿਤਾ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਨਛੱਤਰ ਸਿੰਘ ਗਿੱਲ ਦੇ ਕਤਲ ਕੇਸ ਵਿੱਚ ਫਸੇ NRI ਜਗਦੇਵ ਸਿੰਘ ਨੂੰ ਮੋਗਾ ਅਦਾਲਤ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ। ਅਦਾਲਤ ਦੇ ਫੈਸਲੇ ਤੋਂ ਬਾਅਦ ਕੈਨੇਡਾ ਵਾਸੀ ਜਗਦੇਵ ਸਿੰਘ ਨੇ
ਪੱਤਰਕਾਰਾਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਸ ਨੂੰ ਇਸ ਮਾਮਲੇ ਵਿੱਚ ਨਜਾਇਜ਼ ਹੀ ਫਸਾਇਆ ਗਿਆ ਸੀ। ਜਿਹੜੇ 2 ਹੋਰ ਮੁਕੱਦਮੇ ਸੀ ਉਹਨਾਂ 'ਚ ਮੈਂ ਬਰੀ ਹੋ ਚੁੱਕਾ ਸੀ, ਸਿਰਫ ਇੱਕ ਮੁਕੱਦਮਾ ਬਾਕੀ ਰਹਿ ਗਿਆ। ਤੁਸੀਂ ਇਨਵੋਲਵ ਸੀ ਜਾਂ ਤੁਹਾਡੇ ਪਰਿਵਾਰਕ ਹੋਰ ਵੀ ਮੈਂਬਰ? ਇਨਵੋਲਵ ਵਿੱਚ ਕੋਈ ਨਹੀਂ ਸੀ, ਜਸਟ ਫਾਲਸਲੀ ਇੰਪਲੀਕੇਟਡ ਹੈ ਜੀ। ਨਹੀਂ, ਕੇਸ ਦੇ ਵਿੱਚ ਇਨਵੋਲਵਮੈਂਟ ਦੀ ਗੱਲ ਕਰ ਰਹੇ ਹਾਂ ਵੀ ਤੁਹਾਨੂੰ ਵੀ ਨਾਮਜ਼ਦ ਕੀਤਾ ਜਾਂ ਤੁਹਾਡੇ ਤੋਂ ਇਲਾਵਾ ਹੋਰ ਵੀ ਕੋਈ ਨਾਮਜ਼ਦ ਸੀ? ਜਿਹੜਾ ਪੁਰਾਣਾ ਕੇਸ ਸੀ ਉਹਦੇ ਵਿੱਚ ਮੇਰਾ ਸਾਰਾ ਪਰਿਵਾਰ ਇਹਨਾਂ ਨੇ ਨਾਮਜ਼ਦ ਕੀਤਾ ਸੀ, ਜਿਹੜਾ ਕਿ ਬਰੀ ਹੋ ਚੁੱਕਾ ਸੀਗਾ। ਮੈਂ ਇਕੱਲਾ ਇਹ 'ਚ ਰਹਿ ਗਿਆ ਸੀ, ਜਿਹਨੇ ਹੁਣ ਮੈਂ ਟ੍ਰਾਇਲ ਫੇਸ ਕੀਤੀ ਸੀ। ਕਿੱਦਾਂ ਦਾ ਮਹਿਸੂਸ ਹੋ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ, ਇਨਸਾਫ ਹੋਇਆ ਅੱਜ ਮੇਰੇ ਨਾਲ, ਸੋ ਆਈ ਐਮ ਫੀਲਿੰਗ ਵੈਰੀ ਹੈਪੀ। ਇਸ ਮੌਕੇ NRI ਜਗਦੇਵ ਸਿੰਘ ਦੇ ਵਕੀਲ ਨੇ ਦੱਸਿਆ ਕਿ ਸਾਲ 1991 ਵਿੱਚ ਨਛੱਤਰ ਸਿੰਘ ਦਾ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਮਾਮਲੇ ਵਿੱਚ ਜਗਦੇਵ ਸਿੰਘ ਤੇ ਉਸ ਦੇ ਪੂਰੇ ਪਰਿਵਾਰ ਤੇ ਕੇਸ ਦਰਜ ਕਰਵਾਇਆ ਗਿਆ ਸੀ। 29/9/1991 ਨੂੰ ਜੀ ਨਛੱਤਰ ਸਿੰਘ ਗਿੱਲ ਐਕਸ MLA ਮੋਗਾ ਦਾ ਕੁਝ ਟੈਰਰਿਸਟ ਨੇ ਮਰਡਰ ਕਰਤਾ ਸੀਗਾ, ਜਿਹੜੇ ਕਿ ਲੇਟਰ ਉਹ ਬੰਦੇ ਟਰੇਸ ਹੋਏ ਸੀਗੇ ਚਮਕੌਰ ਸਿੰਘ ਕੌਰੀ ਤੇ ਗੁਰਜੀਤ ਸਿੰਘ। ਬਾਅਦ ਦੇ ਵਿੱਚ ਪੁਲਿਸ ਨੇ ਜਗਦੇਵ ਸਿੰਘ ਤੇ ਇਹਦੀ ਫੈਮਿਲੀ ਨੂੰ ਰੀਜ਼ਨ ਉਹਨਾਂ ਨੂੰ ਪਤਾ ਹੈਗਾ ਕਿਉਂ ਅਨਨੈਸੈਸਰਲੀ ਇਸ ਕੇਸ ਦੇ ਵਿੱਚ ਇਨਵੋਲਵ ਕਰ ਲਿਆ। ਦੱਸ ਦਈਏ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਗਦੇਵ ਸਿੰਘ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਸੀ। ਸਾਬਕਾ DGP ਪਰਮਦੀਪ ਸਿੰਘ ਗਿੱਲ ਵੱਲੋਂ ਪੰਜਾਬ ਦਾ ਪੁਲਿਸ ਮੁਖੀ ਬਣਦਿਆਂ ਹੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਸ ਤੇ ਦੁਬਾਰਾ ਕੇਸ ਦਰਜ ਕਰਵਾ ਦਿੱਤੇ ਗਏ ਸਨ। ਮੋਗਾ ਤੋਂ ਸੂਰਜ ਜੈਨ ਦੇ ਨਾਲ ਅਮਿਤ ਮਲਹੋਤਰਾ, ਡੇ ਐਂਡ ਨਾਈਟ ਨਿਊਜ਼। ਜਲੰਧਰ ਪੁਲਿਸ ਵੱਲੋਂ ਕੁਝ ਅਜਿਹੇ ਟਰੈਵਲ ਏਜੰਟਾਂ ਦੇ ਦਫ਼ਤਰਾਂ ਵਿੱਚ ਛਾਪਾ ਮਾਰਿਆ ਗਿਆ, ਜਿਹੜੇ ਸਟੂਡੈਂਟਸ ਵੀਜ਼ਾ ਦੇ ਨਾਮ ਉੱਤੇ ਵਿਦਿਆਰਥੀਆਂ ਕੋਲੋਂ ਮੋਟੀਆਂ ਰਕਮਾਂ ਵਸੂਲਦੇ ਸਨ, ਜਦਕਿ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਵੀਜ਼ੇ ਜਾਲੀ ਹੁੰਦੇ ਸਨ। ਪੁਲਿਸ ਨੇ ਇਹਨਾਂ ਟਰੈਵਲ ਏਜੰਟਾਂ ਦੇ ਦਫ਼ਤਰਾਂ ਚੋਂ 42 ਦੇ ਕਰੀਬ ਪਾਸਪੋਰਟ ਜ਼ਬਤ ਕੀਤੇ ਨੇ ਅਤੇ 7 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੜ੍ਹਾਈ ਦੇ ਨਾਮ ਤੇ ਵਿਦੇਸ਼ ਜਾਣ ਦਾ ਰੁਝਾਨ ਨਵਾਂ ਸ਼ੁਰੂ ਹੋਇਆ, ਪਰ ਪੁਲਿਸ ਵੱਲੋਂ ਇਸ ਧੰਦੇ 'ਚ ਸ਼ੁਰੂ ਹੋਈ ਬੇਈਮਾਨੀ ਦੀਆਂ ਜੜ੍ਹਾਂ ਨੂੰ ਨਾਲ ਦੀ ਨਾਲ ਫੜਨ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਲੰਧਰ ਪੁਲਿਸ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਸਿੱਧੇ ਤੌਰ ਤੇ ਇਸ ਧੰਦੇ ਨਾਲ ਜੁੜੇ ਹੋਏ ਨੇ। ਇਹਨਾਂ ਕੋਲੋਂ 29 ਲੱਖ ਰੁਪਏ ਨਗਦ, 42 ਪਾਸਪੋਰਟ ਅਤੇ 154 ਸਟੂਡੈਂਟਸ ਫਾਈਲਾਂ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਇਲਾਵਾ ਨਾਲ ਹੀ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹਨਾਂ ਕੋਲ ਕੰਪਿਊਟਰ ਅਤੇ ਲੈਪਟਾਪ ਵੀ ਬਰਾਮਦ ਕੀਤੇ ਗਏ ਨੇ। हमने 6 FIR दर्ज की हैं और अभी तक हमने 7 जो इलाके के एजेंट्स हैं इमिग्रेशन एजेंसी से उनको पकड़ा है एजेंट्स को, और उनसे अभी तक 20 लाख रुपया हमने रिकवर कर लिया है। और उसके बिना हमारे पास अभी तक 18 केस ऐसे हमारे डिटेक्ट हो गए जिनके पास हमारा एविडेंस सबूत भी है, सब कुछ है, जिसमें उन्होंने गलत पेपर लगा के किए हुए हैं और बाकी तफ्तीश जारी है। हमने इसके लिए 154 जो फाइल्स हैं और कब्जे में लिए हैं, इनके कंप्यूटर लिए हैं, और इसके बिना इसमें 7 थानों में इसका कार्रवाई चल रही है। ਪੁਲਿਸ ਨੇ ਜਿਨ੍ਹਾਂ ਟਰੈਵਲ ਏਜੰਸੀਆਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਹਨਾਂ 'ਚ ਐਕਸਪ੍ਰੈਸ ਸਟੂਡੈਂਟ ਸਰਵਿਸ, MK ਇਮੀਗ੍ਰੇਸ਼ਨ, ਵਿਦੇਸ਼ਯਾਤਰਾ.com, ਪਿਰਾਮਿਡ ਈ ਸਰਵਿਸਿਜ਼, ਸਕਾਲਰ ਡੈਸਟੀਨੀ ਅਤੇ ਈਜ਼ੀਵੇ ਇਮੀਗ੍ਰੇਸ਼ਨ ਦੇ ਨਾਮ ਸ਼ਾਮਲ ਨੇ। ये हर एक केस में 6-6, 7-7 लाख रुपए लेते थे, और उसके साथ बैंक स्टेटमेंट्स, और उसके साथ में ये उनके प्रॉपर्टी के पेपर्स और एजुकेशन सर्टिफिकेट्स भी अपनी तरफ से बना के साथ में लगाते थे। अगर जो वीज़ा जब रिजेक्ट हो जाता था तो ये पैसे देने में भी बड़ी आनाकानी करते थे, और ऑलमोस्ट 90-95% में तो उनके पैसे बच्चों के वापस नहीं आते थे, और बच्चे के जो हार्ड अर्न बनी है उनके माँ बाप की सारी खत्म हो जाती है। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਕੰਪਨੀਆਂ ਅਖਬਾਰਾਂ 'ਚ ਸਟੂਡੈਂਟਸ ਵੀਜ਼ਾ ਬਾਰੇ ਇਸ਼ਤਿਹਾਰ ਦੇ ਕੇ ਵਿਦਿਆਰਥੀਆਂ ਨੂੰ ਭਰਮਾਉਂਦੀਆਂ ਸਨ ਅਤੇ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਸਨ। कई बच्चे हमारे पास आए भी कंप्लेंट करने, और उनकी वजह के ऊपर हमने ये सारा कार्रवाई शुरू की, और इसके बाद हमने एम्बेसियों से तालमेल किया है। उन एम्बेसियों में UK की, इंग्लैंड की एम्बेसी है, ब्रिटिश की, और न्यूजीलैंड, ऑस्ट्रेलिया, इनसे हमारा तालमेल हुआ, उनसे भी हमने वेरीफाई किए, और हमें ये जो केस अभी तक डिटेक्ट। ਪੁਲਿਸ ਵੱਲੋਂ ਕੀਤੀ ਗਈ ਕਥਿਤ ਜਾਲਸਾਜ਼ ਏਜੰਟਾਂ ਤੇ ਇਹ ਕਾਰਵਾਈ ਕੋਈ ਪਹਿਲੀ ਵਾਰ ਨਹੀਂ ਹੋਈ, ਪਰ ਫਿਰ ਵੀ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਅਜਿਹੇ ਏਜੰਟ ਮੁੜ ਆਪਣਾ ਜਾਲ ਵਿਛਾ ਲੈਂਦੇ ਨੇ ਅਤੇ ਨੌਜਵਾਨ ਵਾਰ-ਵਾਰ ਇਹਨਾਂ ਦੇ ਝਾਂਸੇ 'ਚ ਆਉਂਦੇ ਰਹਿੰਦੇ ਨੇ। ਆਪਣੇ ਮਾਪਿਆਂ ਦੀ ਮਿਹਨਤ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਇਹਨਾਂ ਏਜੰਟਾਂ ਦੀਆਂ ਜੇਬਾਂ 'ਚ ਪਾਉਣ ਲਈ। ਜਲੰਧਰ ਤੋਂ ਨਿਖਿਲ ਸ਼ਰਮਾ ਨਾਲ ਸੁਰਿੰਦਰ ਸਿੰਘ, ਡੇ ਐਂਡ ਨਾਈਟ ਨਿਊਜ਼।
ਰਾਜਧਾਨੀ ਦਿੱਲੀ ਵਿੱਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਨੇ, ਪਰ ਹੁਣ ਲੁਟੇਰਿਆਂ ਵੱਲੋਂ ਲੁੱਟ ਦੇ ਨਵੇਂ ਤਰੀਕੇ ਨਾਲ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦਿੱਲੀ ਵਿੱਚ ਇੱਕ NRI ਨੂੰ ਵੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ, ਜਿਸ ਦੌਰਾਨ ਗੱਡੀ ਵਿੱਚੋਂ ਉਸ ਦਾ ਬੈਗ ਚੋਰੀ ਕਰ ਲਿਆ ਗਿਆ, ਜਿਸ ਵਿੱਚ ਜ਼ਰੂਰੀ ਕਾਗਜ਼, ਪਾਸਪੋਰਟ ਅਤੇ ਨਕਦੀ ਸੀ। ਦਿੱਲੀ ਵਿੱਚ UK ਤੋਂ ਆਏ NRI ਰਣਧੀਰ ਸਿੰਘ ਸਿੱਧੂ ਜਦ ਗੁਰਦੁਆਰਾ ਬੰਗਲਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਇੱਕ ਲੁਟੇਰੇ ਗਰੋਹ ਨੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਹਨਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਇੱਕ ਸਧਾਰਨ ਤਕਨੀਕ ਨਾਲ NRI ਰਣਧੀਰ ਸਿੰਘ ਦਾ ਸਮਾਨ ਲੁੱਟਿਆ ਗਿਆ। ਉਹਨਾਂ ਸਭ ਤੋਂ ਪਹਿਲਾਂ ਰਣਧੀਰ ਸਿੰਘ ਦੀ ਕਾਰ ਦਾ ਟਾਇਰ ਪੰਚਰ ਕੀਤਾ ਅਤੇ ਜਦੋਂ ਬਾਹਰ ਨਿਕਲ ਕੇ ਦੇਖਣ ਲੱਗੇ ਤਾਂ ਲੁਟੇਰੇ ਉਹਨਾਂ ਦੀ ਗੱਡੀ ਵਿੱਚੋਂ ਬੈਗ ਲੈ ਕੇ ਫਰਾਰ ਹੋ ਗਏ। ਮੈਂ ਤਾਂ ਰਾਤੀ ਹਾਂਗਕਾਂਗ ਤੋਂ ਆਇਆ ਸੀ ਔਰ ਸਵੇਰ ਗੁਰਦੁਆਰਾ ਸਾਹਿਬ ਗਏ। ਉਸ ਤੋਂ ਬਾਅਦ ਨੋਇਡਾ ਜਾ ਰਿਹਾ ਸੀ ਤੇ ਟ੍ਰੈਫਿਕ ਵਿੱਚ ਗੱਡੀ ਰੁਕੀ ਹੋਈ ਸੀ। ਇੱਕ ਛੋਟਾ ਸਾ ਲੜਕਾ ਆਇਆ, ਉਸਨੇ ਗੱਡੀ ਦੇ ਨੀਚੇ ਚਲੇ ਗਿਆ ਪਿੱਛੇ। ਮੈਂ ਸੋਚਿਆ ਇਸ ਦਾ ਕੁਝ ਗਿਰ ਗਿਆ ਹੋਏਗਾ ਕਿ ਉੱਥੋਂ ਉਠਾ ਰਿਹਾ ਹੈ, ਤੇ ਮੈਂ ਆਉਂਦਾ ਵੀ ਦੇਖਿਆ ਔਰ ਜਾਂਦਾ ਵੀ ਦੇਖਿਆ, ਪਰ ਧਿਆਨ ਵਿੱਚ ਨਹੀਂ ਆਇਆ। ਬਾਅਦ ਵਿੱਚ ਕਿਸੇ ਹੋਰ ਗੱਡੀ ਵਾਲੇ ਨੇ ਗੱਡੀ ਨੂੰ ਹਾਰਨ ਦੇ ਕੇ ਸਾਨੂੰ ਸੁਨੇਹਾ ਦਿੱਤਾ ਕਿ ਤੁਹਾਡੀ ਗੱਡੀ ਕੋਈ ਪੈਂਚਰ ਕਰ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦੇ ਕੇ ਜਦ ਉਹਨਾਂ ਸਹਾਇਤਾ ਲਈ ਕਿਹਾ ਤਾਂ ਲੰਮੀ ਪੁੱਛ ਪੜਤਾਲ ਤੋਂ ਬਾਅਦ ਉਹਨਾਂ ਨੂੰ ਮੰਦਿਰ ਮਾਰਗ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਉਣ ਲਈ ਕਿਹਾ ਗਿਆ। ਰਣਧੀਰ ਸਿੰਘ ਸਿੱਧੂ ਮੁਤਾਬਕ ਲੁਟੇਰਿਆਂ ਗਰੋਹ ਵੱਲੋਂ ਇਸ ਵਾਰਦਾਤ ਨੂੰ ਬਹੁਤ ਹੀ ਹੁਸ਼ਿਆਰੀ ਨਾਲ ਅੰਜਾਮ ਦਿੱਤਾ ਗਿਆ ਹੈ। ਪਹਿਲਾਂ ਤਾਂ ਰਸਤੇ ਵਿੱਚ ਹੀ ਉਹਨਾਂ ਦੀ ਕਾਰ ਦਾ ਟਾਇਰ ਪੰਚਰ ਕੀਤਾ ਗਿਆ ਅਤੇ ਗੱਡੀ ਵਿੱਚੋਂ ਉਹਨਾਂ ਦਾ ਬੈਗ ਗਾਇਬ ਹੋਣ ਬਾਰੇ ਉਹਨਾਂ ਨੂੰ ਤਦ ਪਤਾ ਲੱਗਿਆ ਜਦੋਂ ਪੈਟਰੋਲ ਪੰਪ ਤੇ ਪਹੁੰਚ ਗਏ। ਬਾਅਦ ਵਿੱਚ ਜਦੋਂ ਗੱਡੀ ਫਲੈਟ ਹੋ ਰਹੀ ਸੀ, ਅਸੀਂ ਨੇੜੇ ਪੁੱਛਿਆ ਵੀ ਪੈਂਚਰ ਕਿੱਥੇ ਲੱਗਦਾ ਹੈ। ਉਹਨਾਂ ਨੇ ਸਾਨੂੰ ਭਾਈ ਮਹਾਂਵੀਰ ਸਿੰਘ ਰੋਡ ਤੇ ਪੈਂਚਰ ਵੀ ਇੱਥੇ ਕੀਤਾ ਕਿਸੇ ਨੇ। ਅਸੀਂ ਇੱਥੇ ਪੈਂਚਰ ਲਗਵਾਉਣ ਆਏ ਹਾਂ ਤੇ ਪੈਂਚਰ ਲਗਵਾ ਰਹੇ ਸੀ, ਬਾਅਦ ਵਿੱਚ ਦੇਖਿਆ ਤੇ ਗੱਡੀ ਵਿੱਚ ਬੈਗ ਵੀ ਨਹੀਂ ਸੀਗਾ ਮੇਰਾ। ਭਾਵੇਂ ਇਹ ਕੋਈ ਪਹਿਲੀ ਵਾਰ ਵਾਪਰਿਆ ਜਾਂ ਕੋਈ ਅਨੋਖਾ ਮਾਮਲਾ ਨਹੀਂ ਹੈ, ਪਰ ਪੁਲਿਸ ਦੀ ਕਾਰਵਾਈ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਰਾਜਧਾਨੀ ਦਿੱਲੀ ਵਿੱਚ ਅਜਿਹੇ ਮਾਮਲੇ ਆਏ ਦਿਨ ਵਾਪਰਦੇ ਰਹਿੰਦੇ ਨੇ, ਪਰ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਚੋਰੀ ਅਤੇ ਲੁੱਟ-ਖੋਹ ਦੇ ਇਹ ਮਾਮਲੇ ਹੁਣ ਆਮ ਹੋ ਚੁੱਕੇ ਨੇ। ਦਿੱਲੀ ਤੋਂ ਕੈਮਰਾਮੈਨ ਨਸੀਬ ਸਿੰਘ ਅਤੇ ਰਸ਼ਪਾਲ ਦਸਗੋਤਰਾ ਨਾਲ ਕੌਮਿਤਾ ਮਿਨਹਾਸ, ਡੇ ਐਂਡ ਨਾਈਟ ਨਿਊਜ਼। ਹੁਣ ਤੁਹਾਨੂੰ ਲੈ ਚੱਲਦੇ ਹਾਂ ਟੋਰਾਂਟੋ, ਜਿੱਥੇ ਵਿਸਾਖੀ ਦਿਵਸ ਨੂੰ ਲੈ ਕੇ ਕੱਢੇ ਗਏ ਇੱਕ ਨਗਰ ਕੀਰਤਨ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਕੰਨਾਂ ਵਿੱਚ ਰਸ ਘੋਲ ਰਹੀ ਸੀ। ਟੋਰਾਂਟੋ ਵਿੱਚ ਵਿਸਾਖੀ ਦਿਵਸ ਨੂੰ ਲੈ ਕੇ ਇੱਕ ਪ੍ਰਭਾਵਸ਼ਾਲੀ ਨਗਰ ਕੀਰਤਨ ਕੱਢਿਆ ਗਿਆ। ਲਗਾਤਾਰ ਪੈ ਰਹੀ ਠੰਡ ਤੋਂ ਬਾਅਦ ਐਤਵਾਰ 5 ਮਈ ਨੂੰ ਨਿਕਲੀ ਨਿੱਘੀ ਧੁੱਪ ਦੀ ਸਵੇਰ ਨਾਲ ਸ਼ੁਰੂ ਕੀਤੇ ਗਏ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੌਰਾਨ ਡਰਮ ਅਤੇ ਜੈਕਾਰਿਆਂ ਦੀ ਗੂੰਜ ਕੰਨਾਂ ਵਿੱਚ ਰਸ ਘੋਲ ਰਹੀ ਸੀ। ਰੰਗ ਬਰੰਗੀਆਂ ਝੰਡੀਆਂ ਫੜੀ ਸੰਗਤਾਂ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੀਆਂ ਸਨ। ਇਹ ਨਗਰ ਕੀਰਤਨ ਮਾਲਟਨ ਗੁਰਦੁਆਰੇ ਤੋਂ ਆਰੰਭ ਹੋ ਕੇ ਸੜਕਾਂ ਤੇ ਚੱਲਦਾ ਹੋਇਆ ਸ਼ਾਮ ਨੂੰ ਰੈਕਸਡੇਲ ਗੁਰਦੁਆਰਾ ਮਾਲਟਨ ਵਿਖੇ ਸਮਾਪਤ ਹੋਇਆ। ਇਹ ਨਗਰ ਕੀਰਤਨ ਓਨਟਾਰੀਓ ਦੀ ਗੁਰਦੁਆਰਾ ਕਮੇਟੀ ਦੀ ਅਗਵਾਈ ਵਿੱਚ ਕੱਢਿਆ ਗਿਆ, ਜਿਨ੍ਹਾਂ ਵਿੱਚ ਮਿਨਿਸਟਰ ਹਰਿੰਦਰ ਤੱਖੜ, MPP ਵਿਕ ਢਿੱਲੋਂ ਨੇ ਸ਼ਮੂਲੀਅਤ ਕੀਤੀ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। ਵਿਦੇਸ਼ੀ ਧਰਤੀ ਤੇ ਰਹਿੰਦਿਆਂ ਵੀ ਆਪਣੀ ਮਾਂ ਬੋਲੀ ਅਤੇ ਧਰਤੀ ਨੂੰ ਸਦਾ ਯਾਦ ਰੱਖਣਾ ਤੇ ਉਸ ਦੇ ਮਾਨ ਸਨਮਾਨ ਲਈ ਸਦਾ ਚੜ੍ਹਦੀ ਕਲਾ ਲਈ ਕੰਮ ਕਰਨਾ ਤਾਂ ਹਰ NRI ਪੰਜਾਬੀ ਆਪਣਾ ਫਰਜ਼ ਸਮਝਦਾ ਹੈ। ਤੇ ਅਜਿਹੇ ਹੀ NRI ਪੰਜਾਬੀਆਂ ਚੋਂ ਇੱਕ ਹੈ UK ਵਾਸੀ ਬਲਜੀਤ ਸਿੰਘ, ਜੋ ਲੁਧਿਆਣਾ ਦੇ ਸਮਰਾਲਾ ਨੇੜੇ ਇੱਕ ਪਿੰਡ ਦਾ ਜੰਮਪਲ ਹੈ। ਬਲਜੀਤ ਸਿੰਘ UK ਵਿੱਚ ਅੱਜਕੱਲ ਇੰਡੋ ਬ੍ਰਿਟਿਸ਼ ਟ੍ਰੇਡ ਕਾਉਂਸਲ ਜਿਹੀ ਵੱਡੀ ਸਰਕਾਰੀ ਸੰਸਥਾ ਦੇ ਮੁਖੀ ਹਨ ਤੇ ਲੈਸਟਰ ਤੋਂ ਬਤੌਰ ਕਾਉਂਸਲਰ ਵਜੋਂ ਰਾਜਨੀਤੀ ਵਿੱਚ ਵੀ ਸਰਗਰਮ ਨੇ। ਪ੍ਰਦੇਸ਼ਾਂ ਵਿੱਚ ਕਾਮਯਾਬੀ ਦੀ ਅਲੱਗ-ਅਲੱਗ ਜਿਹੜੀ ਉਦਾਹਰਣਾਂ ਨੇ ਉਹ ਪੰਜਾਬੀਆਂ ਨੇ ਦਿੱਤੀਆਂ ਨੇ ਤੇ ਉੱਥੇ ਜਾ ਕੇ ਵਸੇ ਨੇ। ਆ ਸਾਡੇ ਨਾਲ ਮੌਜੂਦ ਨੇ ਲੁਧਿਆਣੇ ਦੇ ਸਮਰਾਲਾ ਦੇ ਜੰਮਪਲ ਬਲਜੀਤ ਸਿੰਘ ਜੀ, ਜਿਨ੍ਹਾਂ ਨੇ ਵਿਦੇਸ਼ ਜਾ ਕੇ ਆਪਣਾ ਅਲੱਗ ਹੀ ਨਾਮਨਾ ਖੱਟਿਆ ਤੇ ਪੰਜਾਬੀਆਂ ਦੀ ਲਈ ਹਰ ਪਲ ਉਹ ਕੋਈ ਨਾ ਕੋਈ ਉਪਰਾਲੇ ਕਰਦੇ ਰਹਿੰਦੇ ਨੇ। ਅੱਜ ਲੁਧਿਆਣਾ ਆਏ ਨੇ, ਇਹਨਾਂ ਤੋਂ ਹੀ ਜਾਣਾਂਗੇ। ਬਲਜੀਤ ਜੀ, ਤੁਹਾਡਾ ਸਵਾਗਤ ਹੈ ਜੀ। ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਸਮਰਾਲੇ ਦੇ ਤੁਹਾਡਾ ਪਿੰਡ ਤੋਂ ਲੈਸਟਰ ਜਾਣਾ ਕਿਸ ਤਰ੍ਹਾਂ ਹੋਇਆ? ਦੇਖੋ ਜੀ, ਉਹ ਤਾਂ ਬੜੀ, ਮੇਰਾ ਕਹਿਣ ਦਾ ਮਤਲਬ 1964 ਦੀ ਗੱਲ ਤੁਸੀਂ ਕਰ ਰਹੇ ਹੋ। ਮੈਂ ਤਾਂ ਬਚਪਨ ਦੇ ਵਿੱਚ ਗਿਆ ਸੀਗਾ ਤੇ ਮੇਰੀ ਸਾਰੀ ਐਜੂਕੇਸ਼ਨ ਵੈਸੇ ਸੀਗੀ ਆਪਣੇ UK ਦੇ ਵਿੱਚ। ਮੈਂ ਡਿਗਰੀ ਪਹਿਲਾਂ ਕੀਤੀ ਫਿਜ਼ਿਕਸ ਦੇ ਵਿੱਚ ਤੇ ਪਿੱਛੋਂ ਮਾਸਟਰਸ ਵੀ ਕੀਤੀ ਹੈ ਤੇ ਉਸ ਤੋਂ ਬਾਅਦ ਵੈਸੇ ਮੈਂ ਪੁਲਿਸ ਇੰਸਪੈਕਟਰ ਵੀ ਰਿਹਾ ਤੇ ਹੁਣ ਚੀਫ ਐਗਜ਼ੀਕਟਿਵ ਹਾਂ ਪਿਛਲੇ 5 ਸਾਲ। ਤੇ ਬਲਜੀਤ ਜੀ, ਇਹ ਜਾਣਨਾ ਚਾਹਾਂਗੇ ਲੈਸਟਰ ਤੁਸੀਂ ਹੁਣ ਬੇਸ ਹੋ ਤੇ ਲੈਸਟਰ ਟੂ ਲੁਧਿਆਣਾ, ਕੀ ਕੋਸ਼ਿਸ਼ ਹੈ ਕਿ ਲੁਧਿਆਣੇ ਨੂੰ ਵੀ ਆਪਣੇ ਉਸ ਸ਼ਹਿਰ ਨੂੰ
ਆਪਣੇ ਡਿਸਟ੍ਰਿਕਟ ਨੂੰ ਲੈਸਟਰ ਵਰਗਾ ਬਣਾ ਦੇਣਾ ਤੇ ਇੱਥੇ ਦੇ ਹਰ ਜੰਪਲ ਨੂੰ, ਹਰ ਵਸਨੀਕ ਵਾਸੀ ਨੂੰ ਅਜਿਹੀ ਖੂਬੀਆਂ ਨਾਲ ਲੈਸ ਕਰ ਦੇਣਾ ਜੋ ਅੱਜ ਤੁਸੀਂ ਉੱਥੇ ਵੇਖਦੇ ਹੋ ਜਿਹੜੇ ਅੰਗਰੇਜ਼ ਲੈ ਕੇ ਘੁੰਮ ਰਹੇ ਨੇ। ਦੇਖੋ ਜੀ, ਸਭ ਤੋਂ ਵੱਡੀ ਗੱਲ ਇਹ ਮੈਂ ਕਹਿੰਦਾ ਜਿਹੜੇ ਲੁਧਿਆਣੇ ਦੇ ਗੁਣ ਨੇ, ਅਸੀਂ ਚਾਹੁੰਦੇ ਵੀ ਅਸੀਂ ਕਿਹੜਾ ਖਾਸ ਤੌਰ ਤੇ ਲਿਸਟ ਵਿੱਚ ਪੈਦਾ ਕਰ ਦਈਏ ਹਾਂ ਜੀ। ਤਾਂ ਇਦਾਂ ਦਾ ਤੁਸੀਂ ਸੋਚੋ ਵੀ ਲੁਧਿਆਣੇ ਦੇ ਵਿੱਚ, ਲੁਧਿਆਣਾ ਹੈਗਾ ਇੱਕ ਇੰਡਸਟਰੀਅਲ ਹੱਬ, ਇੱਕ ਬਿਜ਼ਨਸ ਦਾ ਬੇਸ ਸਾਰੇ ਪੰਜਾਬ ਦੇ ਵਿੱਚੋਂ ਲੁਧਿਆਣਾ ਇਜ਼ ਨੰਬਰ 1 ਤੇ ਲੈਸਟਰ ਖਾਸ ਤੌਰ ਤੇ ਸਿਟੀ ਆ, ਪਰ ਲੇਕਿਨ ਇਟ ਇਜ਼ ਨਾਟ ਨੰਬਰ 1। ਸੋ ਤੁਹਾਡੀ ਜਿਹੜੀ ਚੀਜ਼ ਕੈਪੇਬਿਲਿਟੀ ਆ, ਤੁਹਾਡੇ ਜਿਹੜੀ ਕਿਹੜਾ ਬਿਜ਼ਨਸ ਪੋਟੈਂਸ਼ੀਅਲ ਆ, ਤੁਹਾਡੇ ਇੰਡਸਟਰੀਅਲ ਪੋਟੈਂਸ਼ੀਅਲ ਆ, ਅਸੀਂ ਚਾਹੁੰਦੇ ਹਾਂ ਅਸੀਂ ਲੈਸਟਰ ਦੇ ਵਿੱਚ ਸ਼ੁਰੂ ਕਰੀਏ ਕਿ ਨਾ। ਦੈਟ ਇਜ਼, ਪਰ ਲੇਕਿਨ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅਸੀਂ ਤੁਹਾਤੋਂ ਵੀ ਸਿੱਖ ਸਕਦੇ ਹਾਂ। ਤੁਹਾਡਾ ਖੇੜਾ, ਤੁਹਾਡਾ ਪਿੰਡ ਹੈ ਲੁਧਿਆਣੇ ਦੇ ਵਿੱਚ ਤੇ ਕਦੀ ਯਾਦ ਆਉਂਦੀਆਂ ਤੁਹਾਡਾ ਆਪਣਾ ਘਰ ਹੈ, ਜਿਵੇਂ ਕਿ ਉਹ ਗਲੀਆਂ ਵਗੈਰਾ ਯਾਦ ਆਉਂਦੀਆਂ ਤੁਸੀਂ, ਕਿਉਂਕਿ ਇੱਥੇ ਤਾਂ ਰਹੇ ਹੋ, ਹੁਣ ਉੱਥੇ ਜਾ ਕੇ ਤੁਸੀਂ ਦੂਸਰੀ ਸੜਕਾਂ ਜਾਂ ਗਲੀਆਂ ਦੇ ਵਿੱਚ ਜਦੋਂ ਜਾਂਦੇ ਹੋ? ਮੈਂ ਦੱਸਾਂ, ਜਿਹੜਾ ਬੰਦਾ ਖਾਸ ਤੌਰ ਤੇ ਪੰਜਾਬ 'ਚ ਜੰਮਿਆ ਹੋਇਆ, ਪੰਜਾਬ ਦੇ ਵਿੱਚੋਂ ਗਿਆ ਹੋਇਆ, ਉਹ ਕਦੇ ਵੀ ਆਪਦਾ ਪਿੰਡ ਨਹੀਂ ਭੁੱਲਦਾ। ਯੂ ਕੈਨ ਨਾਟ। ਜਦੋਂ ਤੁਸੀਂ ਇੱਥੇ ਆਉਂਦੇ ਹੋ, ਜਹਾਜ਼ ਉਤਰਦਾ ਅਗਰ ਤੁਸੀਂ ਉੱਥੇ ਫਲਾਈਟ, ਐਸ ਸੂਨ ਐਜ਼ ਯੂ ਟੱਚ, ਬੰਦਾ ਮਹਿਸੂਸ ਕਰਦਾ ਵੀ ਮੈਂ ਘਰੇ ਆ ਗਿਆ। ਉਹ ਜਿਹੜੀ ਨਾ ਉਹ ਕੁਦਰਤੀ ਚੀਜ਼ ਆ, ਬਿਲਕੁਲ ਜੀ ਬਿਲਕੁਲ ਕੁਦਰਤੀ ਚੀਜ਼ ਆ। ਇਹ ਤੁਸੀਂ ਵਿੱਚੋਂ ਨਹੀਂ ਕਦੀ ਕੱਢ ਸਕਦੇ। ਜਿਹੜੇ ਖਾਸ ਤੌਰ ਤੇ ਲੋਕ ਇੱਥੋਂ ਗਏ ਹੋਏ ਨੇ, ਹੁਣ ਬਹੁਤ ਜ਼ਿਆਦਾ ਉੱਥੇ ਦੀ ਜੰਮੀ ਹੋਈ ਔਲਾਦ ਆ ਕਿ ਜਿਹੜੇ ਸਰਬੰਧ ਪਾ ਰਹੇ ਨੇ, ਇਹੋ ਜਿਹੇ ਪੱਕੇ ਸਰਬੰਧ ਤੁਸੀਂ ਹੈਰਾਨ ਮੰਨੋਗੇ। ਸੋ ਇਹ ਜਿਹੜੀ ਹੈਗੀ ਨਾ, ਇਟ ਵਿਲ ਕੰਟੀਨਿਊ, it will be alive, and as far as we are concerned, ਸਾਡਾ ਇਹ ਫਰਜ਼ ਬਣਦਾ as educated industrialist professionals ਵੀ ਅਸੀਂ ਇੱਥੇ ਤੇ ਉੱਥੇ ਦਾ ਇੰਟਰੈਕਸ਼ਨ ਵਧਾਈਏ ਐਂਡ ਬਿਜ਼ਨਸ ਦੇ ਵਿੱਚ ਵਧਾਉਣਾ, ਤੇ ਖਾਸ ਤੌਰ ਤੇ ਸਾਡਾ ਜਿਹੜਾ ਰੀਮੇਟ ਆ ਅਸੀਂ ਉਹ ਕਰ ਰਹੇ ਹਾਂ, ਤਾਂ ਅਸੀਂ ਫਰਜ਼ ਉਹਦਾ ਪੂਰਾ ਕਰ ਰਹੇ ਹਾਂ। that is important। ਬਿਲਕੁਲ, ਬਹੁਤ ਤੁਸੀਂ ਸਹੀ ਗੱਲ ਕਹੀ ਜੀ, ਤੇ ਅਸੀਂ ਆਸ ਕਰਾਂਗੇ ਇਹ ਜਿਹੜੀ ਆਪਣਾ ਦੀ ਜਿਹੜੀ ਭਾਵਨਾ ਹੈ ਹਮੇਸ਼ਾ ਦਿਲਾਂ ਦੇ ਵਿੱਚ ਕਾਇਮ ਰਹੇ, ਤੇ ਤੁਸੀਂ ਨਾ ਸਿਰਫ ਲੈਸਟਰ ਦੇ ਕਲਚਰ ਨੂੰ ਇੱਥੇ ਲਿਆਓ ਬਲਕਿ ਇੱਥੇ ਦੇ ਕਲਚਰ ਨੂੰ ਲੈਸਟਰ ਲੈ ਕੇ ਜਾਓ। ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਕੈਨੇਡਾ ਦੇ ਪਾਰਲੀਮੈਂਟ ਨੇ ਅਪਰਾਧਿਕ ਕਾਰਵਾਈਆਂ ਲਈ ਕੁਝ ਜਥੇਬੰਦੀਆਂ ਵੱਲੋਂ ਮੁੰਡਿਆਂ ਦੀ ਕੀਤੀ ਜਾਂਦੀ ਭਰਤੀ ਉੱਤੇ ਰੋਕ ਲਗਾਉਣ ਲਈ ਇੱਕ ਬਿੱਲ ਪਾਸ ਕਰ ਦਿੱਤਾ ਹੈ। ਬਰੈਂਪਟਨ ਸਪ੍ਰਿੰਗਡੇਲ ਤੋਂ ਪਾਰਲੀਮੈਂਟ ਮੈਂਬਰ ਪਰਮ ਗਿੱਲ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਨੂੰ 36 ਦੇ ਮੁਕਾਬਲੇ 240 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। 21 ਜੂਨ ਤੋਂ ਹੋਣ ਵਾਲੀਆਂ ਗਰਮੀ ਦੀਆਂ ਛੁੱਟੀਆਂ ਤੱਕ ਇਹ ਬਿੱਲ ਪੂਰੀ ਤਰ੍ਹਾਂ ਕਾਨੂੰਨ ਬਣ ਜਾਏਗਾ। ਇਸ ਹਫ਼ਤੇ ਬਰੈਂਪਟਨ ਸਪ੍ਰਿੰਗਡੇਲ ਕੈਨੇਡਾ ਦੇ ਪਾਰਲੀਮੈਂਟ ਮੈਂਬਰ ਪਰਮ ਗਿੱਲ ਵੱਲੋਂ ਪੇਸ਼ ਕੀਤਾ ਗਿਆ ਬਿੱਲ ਹਾਊਸ ਆਫ ਕਾਮਨਜ਼ ਨੇ ਪਾਸ ਕਰ ਦਿੱਤਾ। ਪਰਮ ਗਿੱਲ ਵੱਲੋਂ ਅਪਰਾਧਿਕ ਕਾਰਵਾਈਆਂ ਲਈ ਕੁਝ ਜਥੇਬੰਦੀਆਂ ਵੱਲੋਂ ਨਵੇਂ ਮੁੰਡਿਆਂ ਨੂੰ ਭਰਤੀ ਕਰਕੇ ਗੈਂਗ ਬਣਾਉਣ ਨੂੰ ਇੱਕ ਅਪਰਾਧਿਕ ਕਾਰਵਾਈ ਕਰਾਰ ਦੇਣ ਲਈ ਪੇਸ਼ ਕੀਤੇ ਗਏ ਬਿੱਲ ਦੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇ ਫੈਡਰਲ ਜਸਟਿਸ ਮਿਨਿਸਟਰ ਰੌਬ ਨਿਕਲਸਨ ਨੇ ਹਮਾਇਤ ਕੀਤੀ। ਮੈਨੂੰ ਬੜੀ ਖੁਸ਼ੀ ਹੈ ਜੀ, ਇਹ ਜਿਹੜਾ ਪ੍ਰਾਈਵੇਟ ਮੈਂਬਰਸ ਬਿੱਲ ਮੈਂ ਇੰਟਰੋਡਿਊਸ ਕੀਤਾ ਸੀ ਪਾਰਲੀਮੈਂਟ ਦੇ ਵਿੱਚ, ਉਹ ਪਾਸ ਹੋ ਗਿਆ। ਇਹ ਬਿੱਲ ਜਿਹੜਾ ਬੇਸਿਕਲੀ ਟਾਰਗੇਟ ਕਰਦਾ ਬੱਚਿਆਂ ਨੂੰ। ਤੁਸੀਂ ਕਹਿ ਲਓ ਕਿ ਅੱਜ ਕੱਲ੍ਹ ਆਪਾਂ ਨੂੰ ਆਮ ਦੇਖਣ ਨੂੰ ਮਿਲਦਾ ਹੈ ਕਿ ਸਾਰੇ ਮੁਲਕ ਦੇ ਵਿੱਚ ਗੈਂਗਸ ਦੀ ਬਹੁਤ ਵੱਡੀ ਪ੍ਰੋਬਲਮ ਹੈ। ਇਹ ਜਿਹੜੇ ਗੈਂਗਸ ਹੈ ਇਹ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਯੰਗ ਏਜ 'ਤੇ ਟਾਰਗੇਟ ਕਰਦੇ ਆ, ਕਿਉਂਕਿ ਜਿਹੜੇ ਛੋਟੇ ਬੱਚੇ 12 ਸਾਲ ਦੀ ਉਮਰ ਤੋਂ ਘੱਟ ਆ, ਜਿਹੜੇ ਸਪੈਸ਼ਲੀ ਜਾਂ 18 ਸਾਲ ਤੋਂ ਘੱਟ ਆ, ਇੱਕ ਤਾਂ ਮਤਲਬ ਇਹ ਹੈ ਵੀ ਉਹ ਚਾਰਜ ਨਹੀਂ ਹੋ ਸਕਦੇ ਫਾਰਮਲੀ ਕਿਸੇ ਕ੍ਰਿਮੀਨਲ ਅਫੈਂਸ ਦੇ ਨਾਲ। ਸੋ ਜੇ ਤੁਹਾਡੀ ਉਮਰ 12 ਤੇ 18 ਸਾਲਾਂ ਦੇ ਵਿੱਚ ਹੈ ਤਾਂ ਤੁਹਾਨੂੰ ਘੱਟ ਸਜ਼ਾ ਹੁੰਦੀ ਆ। ਸੋ ਇਸੇ ਕਰਕੇ ਜਿਹੜੇ ਇਹ ਗੈਂਗਸ ਹੈ ਇਹ ਆਪਣੇ ਬੱਚਿਆਂ ਨੂੰ ਟਾਰਗੇਟ ਕਰਦੇ ਆ। ਇਟਸ ਵੈਰੀ ਇੰਪੋਰਟੈਂਟ ਕਿ ਆਪਾਂ ਇਹਨਾਂ ਨੂੰ ਪ੍ਰੋਟੈਕਟ ਕਰੀਏ, ਕਿਉਂਕਿ ਜੇ ਇਹ ਆਪਾਂ ਪ੍ਰੋਬਲਮ ਤੇ ਨੱਥ ਨਹੀਂ ਪਾਉਂਦੇ ਤਾਂ ਇਹ ਵਰਸ ਤੋਂ ਵਰਸ ਹੁੰਦੀ ਜਾਣੀ ਹੈ। ਬੁੱਧਵਾਰ ਰਾਤ ਨੂੰ ਪੇਸ਼ ਕੀਤੇ ਗਏ ਬਿੱਲ ਨੰਬਰ C394 ਨੂੰ ਹਾਊਸ ਵਿੱਚ 36 ਦੇ ਮੁਕਾਬਲੇ 240 ਵੋਟਾਂ ਦੇ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਅਤੇ ਅੱਗੋਂ ਸੈਨੇਟ ਦੇ ਰਿਵਿਊ ਲਈ ਭੇਜ ਦਿੱਤਾ ਗਿਆ। ਇਹਦੇ ਵਿੱਚ ਕਾਫੀ ਸਟੱਡੀਜ਼ ਵੀ ਹੋਈਆਂ ਜਿਹਦੇ ਵਿੱਚ ਹਾਈਲਾਈਟ ਕੀਤਾ ਗਿਆ ਕਿ ਇਹ ਪ੍ਰੋਬਲਮ ਜਿਹੜੀ ਗੈਂਗਸ ਦੀ ਹੈ ਦਿਨ ਪਰ ਦਿਨ ਵੱਧ ਰਹੀ ਹੈ। ਸੋ ਦਿਸ ਇਜ਼ ਅ ਬਿੱਲ ਦੈਟ ਇਜ਼ ਗੋਇੰਗ ਟੂ ਹੈਲਪ ਐਡਰੈਸ ਦੈਟ ਪ੍ਰੋਬਲਮ। ਇਟ ਇਜ਼ ਗੋਇੰਗ ਟੂ ਪ੍ਰੋਵਾਈਡ ਦ ਟੂਲਸ ਨੈਸੈਸਰੀ ਫॉर ਦ ਲਾਅ ਇਨਫੋਰਸਮੈਂਟ ਐਂਡ ਆਰ ਜਸਟਿਸ ਅਫੀਸ਼ੀਅਲ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਜਿੰਨਾ ਮੈਨੂੰ ਸੰਯੋਗ ਸਾਰੇ ਭੈਣਾਂ ਭਰਾਵਾਂ ਤੋਂ, ਸਟੇਕ ਹੋਲਡਰਸ ਤੋਂ, ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਹੈ, ਪੁਲਿਸ ਡਿਪਾਰਟਮੈਂਟ ਹੈ, ਬੋਰਡਸ ਆਫ ਐਜੂਕੇਸ਼ਨ, ਇਹ ਸਾਰਿਆਂ ਵੱਲੋਂ ਜਿੰਨੀ ਮੈਨੂੰ ਮਦਦ ਮਿਲੀ ਹੈ, ਇਟਸ ਬਿਨ ਅ ਵੰਡਰਫੁਲ ਐਕਸਪੀਰੀਅੰਸ। ਮੇਰਾ ਬਿੱਲ ਜਿਹੜਾ ਹੁਣ ਪਾਸ ਹੋ ਕੇ ਇਹ ਸੈਨੇਟ ਦੇ ਵਿੱਚ ਚਲਾ ਗਿਆ। ਸੈਨੇਟ ਦੇ ਵਿੱਚ ਥੋੜ੍ਹਾ ਜਿਹਾ ਇਹਦੇ 'ਤੇ ਜੋ ਵੀ ਪ੍ਰੋਸੀਜਰਲ ਸਟੱਫ ਜਦੋਂ ਫਿਨਿਸ਼ ਹੋ ਗਿਆ ਉਸ ਤੋਂ ਬਾਅਦ ਗਵਰਨਰ ਜਨਰਲ ਇਹਨਾਂ ਨੂੰ ਸਾਈਨ ਕਰਨਗੇ। ਇਟ ਵਿਲ ਬਿਕਮ ਅ ਲਾਅ। ਉਮੀਦ ਹੈ ਕਿ ਇਹ ਬਿੱਲ 21 ਜੂਨ ਦੀਆਂ ਗਰਮੀ ਦੀਆਂ ਛੁੱਟੀਆਂ ਤੱਕ ਕਾਨੂੰਨ ਦਾ ਰੂਪ ਲੈ ਲਵੇਗਾ। ਇਸ ਤਰ੍ਹਾਂ ਅਪਰਾਧਿਕ ਕਾਰਵਾਈਆਂ ਵਾਲੀਆਂ ਜਥੇਬੰਦੀਆਂ ਲਈ ਮੁੰਡਿਆਂ ਦੀ ਭਰਤੀ ਬਾਰੇ ਕਾਨੂੰਨ ਦੇ ਕ੍ਰਿਮੀਨਲ ਕੋਡ ਤਹਿਤ ਅਪਰਾਧਾਂ ਲਈ ਮੁੰਡਿਆਂ ਦੀ ਭਰਤੀ ਕੀਤੇ ਜਾਣਾ ਇੱਕ ਜੁਰਮ ਹੋਵੇਗਾ। ਨਵੇਂ ਕਾਨੂੰਨ ਤਹਿਤ ਕਿਸੇ ਵਿਅਕਤੀ ਨੂੰ ਭੜਕਾ ਕੇ ਕਿਸੇ ਅਪਰਾਧ ਲਈ ਉਕਸਾਏ ਜਾਣਾ ਇੱਕ ਜੁਰਮ ਹੋਵੇਗਾ ਅਤੇ ਇਸ ਦੇ ਤਹਿਤ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਬਿੱਲ ਦੇ ਪਾਸ ਹੋਣ ਤੇ ਪਾਰਲੀਮੈਂਟ ਮੈਂਬਰ ਪਰਮ ਗਿੱਲ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇੱਕ ਵਾਰੀ ਫਿਰ ਮੈਂ ਸਾਰੇ ਭੈਣਾਂ ਭਰਾਵਾਂ ਦਾ, ਸਾਰੀ ਕਮਿਊਨਿਟੀ ਦਾ, ਸਾਰੀਆਂ ਆਰਗੇਨਾਈਜੇਸ਼ਨ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਇਸ ਬਿੱਲ ਪਾਸ ਹੋਣ ਦੇ ਵਿੱਚ। ਵਿਰੋਧੀ ਪਾਰਟੀਆਂ ਦੇ ਕੁਝ ਪਾਰਲੀਮੈਂਟ ਮੈਂਬਰਾਂ ਨੇ ਇਸ ਬਿੱਲ ਬਾਰੇ ਬਹਿਸ 'ਚ ਹਿੱਸਾ ਲੈਂਦਿਆਂ ਇਸ ਵਿੱਚ ਦਿੱਤੀ ਜਾਣ ਵਾਲੀ ਘੱਟੋ-ਘੱਟ ਸਜ਼ਾ ਤੇ ਤੌਖਲਾ ਪ੍ਰਗਟ ਕੀਤਾ ਸੀ। ਇਸ ਦੇ ਨਾਲ ਹੀ ਇਸ ਬਿੱਲ ਨੂੰ ਗੈਰ ਜ਼ਰੂਰੀ ਕਰਾਰ ਦਿੰਦਿਆਂ ਕਿਹਾ ਗਿਆ ਸੀ ਕਿ ਕ੍ਰਿਮੀਨਲ ਕੋਡ ਤਹਿਤ ਅਪਰਾਧਿਕ ਕਾਰਵਾਈਆਂ ਲਈ ਜਥੇਬੰਦੀਆਂ 'ਚ ਮੁੰਡਿਆਂ ਦੀ ਭਰਤੀ ਕੀਤੇ ਜਾਣਾ ਪਹਿਲਾਂ ਹੀ ਇੱਕ ਅਪਰਾਧ ਹੈ ਅਤੇ ਸਜ਼ਾਯੋਗ ਹੈ। ਅੰਤਿਮ VOTING ਵੇਲੇ ਪਰਮ ਗਿੱਲ ਨੇ ਸਾਰੇ ਮੈਂਬਰਾਂ ਨੂੰ ਇਸ ਦੇ ਹੱਕ 'ਚ ਵੋਟ ਦੇਣ ਦੀ ਅਪੀਲ ਕੀਤੀ ਸੀ। NDP ਦੇ ਮੈਂਬਰਾਂ ਨੇ ਇਸ ਦੇ ਹੱਕ ਵਿੱਚ, ਜਦਕਿ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਇਸ ਦੇ ਵਿਰੋਧ 'ਚ ਵੋਟਾਂ ਪਾਈਆਂ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। ਤੇ ਹੁਣ ਇੱਕ ਨਜ਼ਰ ਵਰਲਡ ਵੈਦਰ ਫੋਰਕਾਸਟ ਤੇ। ਨਿਊਯਾਰਕ ਵਿੱਚ ਆਉਣ ਵਾਲੇ ਹਫ਼ਤੇ ਬੱਦਲ ਛਾਏ ਰਹਿਣ ਦੀ ਉਮੀਦ ਹੈ and the temperature is expected to range between 6 and 23 degrees Celsius. ਟੋਰਾਂਟੋ ਵਿੱਚ ਤਾਂ ਆਉਣ ਵਾਲੇ ਹਫ਼ਤੇ ਦੌਰਾਨ ਬਾਰਿਸ਼ ਹੋਣ ਦੀ ਉਮੀਦ ਹੈ and the temperature is expected to range between 2 and 22 degrees Celsius. ਵੈਂਕੂਵਰ ਵਿੱਚ ਨੈਕਸਟ ਵੀਕ ਕਲਾਉਡੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਅਤੇ ਬਾਰਿਸ਼ ਹੋਣ ਦੀ ਵੀ ਉਮੀਦ ਹੈ and the temperature is expected to range between 9 and 18 degrees Celsius. ਲੰਡਨ ਵਿੱਚ ਵੀ ਨੈਕਸਟ ਵੀਕ ਬਾਰਿਸ਼ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ and the temperature is expected to range between 7 and 17 degrees Celsius. ਸਿਡਨੀ ਆਸਟ੍ਰੇਲੀਆ ਵਿੱਚ ਕੁਝ ਸਨੀ ਅਤੇ ਕੁਝ ਕਲਾਉਡੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ and the temperature is expected to range between 11 and 23 degrees Celsius. And with that, it's a wrap on this episode of Home Abroad. For feedback and suggestions, you can write to us at editor@dayandnightnews.com or call us at 01725043747. You can also SMS us at 9815606061. For latest news and updates, keep watching Day and Night News. Thanks for watching. ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ Facebook ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ Twitter ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।